ਕਰੋਨਾ ਵਾਇਰਸ ਕਾਰਨ ਕੀਤੇ ਗਏ ਲੋਕਡਾਊਨ ਤੋਂ ਬਾਅਦ ਭਾਰਤ ਵਿੱਚ ਜੋ ਸਥਿਤੀ ਬਣ ਉਸਰ ਰਹੀ ਹੈ, ਤੇ ਜਿਸ ਕਿਸਮ ਦਾ ਸੰਕਟ ਖਾਸ ਕਰਕੇ ਮਜ਼ਦੂਰਾਂ ਦਾ ਸੰਕਟ ਜੋ ਸਾਹਮਣੇ ਆ ਰਿਹਾ ਹੈ, ਉਸਨੇ ਭਾਰਤੀ ਆਰਥਿਕਤਾ ਨੂੰ ਵੱਡੇ ਝਟਕੇ ਦਿੱਤੇ ਹਨ। ਮੇਰਾ ਖਿਆਲ ਹੈ ਵੀ ਭਾਰਤ ਦੇ ਆਰਥਿਕ ਮਾਹਰਾਂ ਨੇ ਕਦੇ ਵੀ ਇਸ ਤਰ੍ਹਾਂ ਦੇ ਸੰਕਟ ਦੀ ਉਮੀਦ ਨਹੀਂ ਸੀ ਕੀਤੀ। ਸੋ ਬੇਸ਼ੱਕ ਬਿਮਾਰੀ ਕਾਰਨ ਹੀ ਹੋਇਆ, ਉਸਨੇ ਭਾਰਤੀ ਆਰਥਿਕ ਮਾਡਲ ਦੀਆਂ ਜਿਹੜੀਆਂ ਕਮਜ਼ੋਰੀਆਂ ਸਨ ਉਹਨਾਂ ਨੂੰ ਸਾਹਮਣੇ ਲਿਆ ਦਿੱਤਾ ਹੋਇਆ ਹੈ। ਲਗਾਤਾਰ ਇਸ ਤਰ੍ਹਾਂ ਦੀਆਂ ਕਮਜ਼ੋਰੀਆਂ ਜੋ 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 ਜਮਹੂਰੀਅਤ ਜਾਂ ਆਪਾਂ ਕਹਿ ਸਕਦੇ ਹਾਂ ਵੀ ਆਰਥਿਕ ਤਰੱਕੀ ਦੇ ਪਰਦੇ ਹੇਠ ਲੁਕੀਆਂ ਹੋਈਆਂ ਸਨ, ਉਹਨਾਂ ਨੇ ਇੱਕ ਤਰ੍ਹਾਂ ਨਾਲ ਬਹੁਤ ਮੂੰਹ ਜ਼ੋਰ ਢੰਗ ਨਾਲ ਉਛਾਲਾ ਮਾਰ ਦਿੱਤਾ ਹੋਇਆ ਹੈ। ਇਸ ਨੇ ਬਹੁਤ ਸਾਰੇ ਜਿੱਥੇ ਆਰਥਿਕ ਪ੍ਰਭਾਵ ਪਾਏ ਨੇ, ਉੱਥੇ ਸਿਆਸੀ ਪ੍ਰਭਾਵ ਵੀ ਪਾਏ ਨੇ। ਇੱਕ ਤਾਂ ਤੁਸੀਂ ਦੇਖੋ ਵੀ ਲਗਾਤਾਰ ਜਿਹੜੇ ਮਾਈਗਰੈਂਟਸ ਨੇ, ਜਿਹੜੇ ਹੋਰਨਾਂ ਰਾਜਾਂ ਵਿੱਚ ਕੰਮ ਕਰਨ ਲਈ ਆਏ ਹੋਏ ਸਨ, ਉਹਨਾਂ ਦੇ ਰੱਖ ਰਖਾਅ ਦਾ, ਉਹਨਾਂ ਦੀ ਸੋਸ਼ਲ ਸਿਕਿਉਰਿਟੀ ਦਾ, ਉਹਨਾਂ ਨੂੰ ਆਪਣੇ ਘਰਾਂ ਵਿੱਚ ਭੇਜਣ ਦਾ ਕੋਈ ਵੀ ਇੰਤਜ਼ਾਮ ਪ੍ਰਬੰਧ ਭਾਰਤੀ ਸਿਸਟਮ ਕੋਲ ਨਹੀਂ ਹੈ। ਸੋ ਲਗਾਤਾਰ ਉਹਨਾਂ ਦਾ ਇੱਕ ਫੇਲਰ ਹੋਇਆ ਹੈ ਭਾਰਤ ਦੇ ਆਰਥਿਕ ਸਿਸਟਮ ਦਾ। ਉਹਨਾਂ ਲਈ ਕੋਈ ਰੁਜ਼ਗਾਰ ਦੇ ਮੌਕੇ ਨਹੀਂ ਹਨ, ਕੋਈ ਸਰਕਾਰ ਵੱਲੋਂ ਆਰਥਿਕ ਸਹਾਇਤਾ ਨਹੀਂ ਦਿੱਤੀ ਜਾ ਰਹੀ, ਕਿਸੇ ਵੀ ਢੰਗ ਨਾਲ ਉਹਨਾਂ ਦੀ ਸਹਾਇਤਾ ਨਹੀਂ ਹੋ ਰਹੀ। ਉਹ ਸੈਂਕੜੇ ਮੀਲਾਂ ਤੱਕ ਪੈਦਲ ਜਾ ਕੇ, ਉਹਨਾਂ ਦੇ ਛੋਟੇ ਛੋਟੇ ਬੱਚੇ ਤੁਰੇ ਜਾ ਰਹੇ ਨੇ, 500 1000 ਮੀਲ ਉਹ ਲਗਾਤਾਰ ਤੁਰਦੇ ਜਾ ਰਹੇ ਨੇ। ਦੂਜਾ ਹੈ ਵੀ ਇੱਕ ਤਰ੍ਹਾਂ ਨਾਲ ਦੇਸ਼ ਦੇ ਅੰਦਰ ਜਿਹੜਾ ਕਹਿੰਦਾ ਸੀ ਵੀ ਦੇਸ਼ ਦੀ ਇਕਮੁੱਠਤਾ, ਉਹ ਦੇਸ਼ ਦੇ ਅੰਦਰ ਹੀ ਬਾਉਂਡਰੀਜ਼ ਬਣ ਰਹੀਆਂ ਹਨ। ਹੁਣ ਯੂਪੀ ਵਾਲੇ ਬਿਹਾਰ ਵਾਲਿਆਂ ਨੂੰ ਐਂਟਰ ਨਹੀਂ ਹੋਣ ਦੇ ਰਹੇ, ਕਿਉਂਕਿ ਉਹਨਾਂ ਨੇ ਯੂਪੀ ਨੂੰ ਲੰਘ ਕੇ ਬਿਹਾਰ ਜਾਣਾ ਹੈ। ਸੋ ਸਾਰੇ ਰਾਜਾਂ ਨੇ ਆਪਣੀਆਂ ਸਰਹੱਦਾਂ 'ਤੇ ਬਾਉਂਡਰੀਜ਼ ਬਣਾ ਲਈਆਂ ਹੋਈਆਂ ਨੇ। ਸੋ ਇੱਕ ਨਵੀਂ ਕਿਸਮ ਦਾ ਜਿਹੜਾ ਸਿਆਸੀ ਸੀਨ ਆ, ਉਹ ਵੀ ਸਾਡੇ ਸਾਹਮਣੇ ਉੱਭਰਿਆ ਹੈ। ਭਾਰਤ ਦੇ ਆਰਥਿਕ ਸੰਕਟ ਦੀਆਂ ਜੇ ਆਪਾਂ ਜੜ੍ਹਾਂ ਦੀਆਂ ਗੱਲਾਂ ਕਰੀਏ, ਤਾਂ ਜੋ ਆਰਥਿਕ ਮਾਹਰ ਹਨ, ਉਹਨਾਂ ਦਾ ਇਹ ਕਹਿਣਾ ਹੈ ਕਿ ਭਾਰਤ ਨੇ ਜੋ ਇੰਡਸਟਰੀਅਲ ਰੈਵੋਲਿਊਸ਼ਨ ਨੂੰ ਮਿਸ ਕਰ ਲਿਆ ਹੋਇਆ ਹੈ, ਉਹਦੇ ਜਿਹੜੇ ਫਲ ਨੇ ਜਾਂ ਉਹਦੇ ਜਿਹੜੇ ਨਤੀਜੇ ਨੇ ਭਾਰਤ ਅੱਜ ਆਪਣੇ ਸਾਹਮਣੇ ਦੇਖ ਰਿਹਾ ਹੈ। ਸੋ ਭਾਰਤ ਨੇ ਇੱਕ ਖੇਤੀ ਵਾਲੀ ਜਿਹੜੀ ਐਗਰੀਕਲਚਰਲ ਅਤੇ ਐਗਰੀਟੇਰੀਅਨ ਮਾਡਲ ਸੀਗਾ ਆਰਥਿਕਤਾ ਦਾ, 1947 ਵਿੱਚ, ਉਹ ਤੋਂ ਬਾਅਦ ਇੱਕ ਵੱਡੀ ਛਾਲ ਮਾਰੀ ਵੀ ਇੰਡਸਟਰੀਅਲ ਰੈਵੋਲਿਊਸ਼ਨ ਨੂੰ ਉਲੰਘ ਕੇ ਉਸਨੇ ਸਰਵਿਸਿਜ਼ ਦਾ ਜਿਹੜਾ ਰੈਵੋਲਿਊਸ਼ਨ ਆ ਉਹਨੂੰ ਅਪਣਾ ਲਿਆ ਹੋਇਆ। ਸੋ ਇੰਡਸਟਰੀਅਲ ਰੈਵੋਲਿਊਸ਼ਨ ਦੇ ਨਾ ਆਉਣ ਕਾਰਨ ਭਾਰਤ ਵਿੱਚ ਮੈਨੂਫੈਕਚਰਿੰਗ ਇੰਡਸਟਰੀ ਦਾ ਜੋ ਸੰਕਟ ਪੈਦਾ ਹੋਇਆ, ਉਸਨੇ ਵਰਤਮਾਨ ਸਮੇਂ ਜੋ ਮਜ਼ਦੂਰਾਂ ਦੇ ਇਹ ਹਾਲਾਤ ਨੇ, ਸੋ ਖਾਸ ਕਰਕੇ ਮਜ਼ਦੂਰਾਂ ਅਤੇ ਗਰੀਬ ਲੋਕਾਂ ਦੇ ਜੋ ਆਰਥਿਕ ਹਾਲਾਤ ਨੇ, ਉਹਨਾਂ ਨੂੰ ਸਾਹਮਣੇ ਲੈ ਆਉਂਦਾ ਹੈ। ਭਾਰਤ ਦੇ ਆਰਥਿਕ ਮਾਹਰ ਲਗਾਤਾਰ, ਆਰਥਿਕ ਅਤੇ ਸਿਆਸੀ ਮਾਹਰ ਲਗਾਤਾਰ ਇੱਕ ਵੱਡੀ ਦੁਬਿਧਾ ਵਿੱਚ ਵਿਚਰੇ ਰਹੇ ਦੇਖੇ ਜਾ ਸਕਦੇ ਹਨ। ਸੋ ਭਾਰਤ ਦੇ ਆਰਥਿਕ ਮਾਹਰਾਂ ਦੀ ਵਾਗਡੋਰ ਕਿਤੇ ਨਾ ਕਿਤੇ ਫੋਰਨ ਪਾਲਿਸੀ ਦੇ ਹੱਥ ਆਈ ਹੋਈ ਹੈ। ਸੋ ਭਾਰਤ ਹੁਣ ਇਸ ਦੁਬਿਧਾ ਵਿੱਚ ਆਪਣਾ ਆਰਥਿਕ ਮਾਡਲ ਕ੍ਰੀਏਟ ਕਰ ਰਿਹਾ ਹੈ ਕਿ ਉਹ ਅੰਤਰਰਾਸ਼ਟਰੀ ਤੌਰ 'ਤੇ ਆਪਣੇ ਆਪ ਨੂੰ ਇੱਕ ਵੱਡੇ ਪਲੇਅਰ ਦੇ ਤੌਰ 'ਤੇ, ਜਾਂ ਕਹਿ ਸਕੇ ਵੀ ਵੱਡੀ ਆਰਥਿਕ ਤਾਕਤ ਦੇ ਤੌਰ 'ਤੇ ਪੇਸ਼ ਕਰਨਾ ਚਾਹੁੰਦਾ ਹੈ। ਸੋ ਫੋਰਨ ਪਾਲਿਸੀ ਆ ਜਿਹੜੀ ਭਾਰਤ ਦੀ, ਉਹ ਅੰਦਰੂਨੀ ਆਰਥਿਕ ਨੀਤੀ, ਜਿਸ ਨੂੰ ਕਿ ਇਕਨੋਮਿਕ ਪਾਲਿਸੀ ਕਿਹਾ ਜਾ ਸਕਦਾ, ਉਹਦੇ 'ਤੇ ਭਾਰੂ ਪੈ ਰਹੀ ਹੈ। ਭਾਰਤ ਦੇ ਨੀਤੀ ਘਾੜੇ ਲਗਾਤਾਰ ਭਾਰਤ ਨੂੰ ਫੋਰਨ ਪਾਲਿਸੀ ਉੱਤੇ ਜ਼ੋਰ ਦੇ ਰਹੇ ਹਨ। ਉਹ ਦੁਨੀਆ ਭਰ ਵਿੱਚ ਉਸ ਫੋਰਨ ਪਾਲਿਸੀ ਨੂੰ ਪਰਸੂ ਕਰਨ ਲਈ ਕਰੋੜਾਂ ਅਰਬਾਂ ਡਾਲਰ ਆ ਜਿਹੜੇ, ਉਹ ਕਈ ਵਾਰ ਆਪਾਂ ਕਹਿ ਸਕਦੇ ਹਾਂ ਵੀ ਬੇਫਜ਼ੂਲ ਵੀ ਖਰਚੇ ਜਾ ਸਕਦੇ ਹਨ। ਇਸ ਸੰਦਰਭ ਵਿੱਚ ਹੁਣ ਈਰਾਨ ਵਿੱਚ ਬਣ ਰਹੀ ਬੰਦਰਗਾਹ ਦੀ ਉਦਾਹਰਨ ਲਈ ਜਾ ਸਕਦੀ ਹੈ। ਚਾਈਨਾ ਨੇ ਗਵਾਦਰ ਪੋਰਟ 'ਤੇ, ਜੋ ਕਰਾਚੀ ਜਾਂ ਪਾਕਿਸਤਾਨ ਵਿੱਚ ਹੈ, ਉੱਥੇ ਇੱਕ ਵੱਡਾ ਸਾਰਾ ਜਿਹੜੀ ਬੰਦਰਗਾਹ ਉਹ ਬਣਾਈ ਸੀ, ਜਿਹਦੇ ਨਾਲ ਜਿਹੜਾ ਕੌਮਾਂਤਰੀ ਵਪਾਰਕ ਰੂਟ ਹੈ ਉਹ ਗਵਾਦਰ ਦੇ ਰਾਹੀਂ ਹੋ ਕੇ ਜਾਵੇਗਾ, ਅਤੇ ਉਸ ਨਾਲ ਚਾਈਨਾ ਅਤੇ ਪਾਕਿਸਤਾਨ ਨੂੰ ਬਹੁਤ ਸਾਰੀ ਜਿਹੜੀ ਆਰਥਿਕ ਮਦਦ ਆ ਉਹ ਮਿਲਣ ਜਾ ਰਹੀ ਹੈ। ਪਰ ਭਾਰਤ ਨੇ ਉਸ ਗਵਾਦਰ ਪੋਰਟ ਵਾਲੀ ਆਰਥਿਕ ਲਾਈਨ ਨੂੰ ਤੋੜਨ ਲਈ ਅਤੇ ਪਾਕਿਸਤਾਨ ਨੂੰ ਆਰਥਿਕ ਤੌਰ 'ਤੇ ਨਿਹੱਥਾ ਕਰਨ ਲਈ ਈਰਾਨ ਵਿੱਚ ਇਸੇ ਕਿਸਮ ਦਾ ਇੱਕ ਪੋਰਟ ਬਣਾਉਣ ਲਈ ਬਹੁਤ ਸਾਰੇ ਪੈਸੇ ਖਰਚੇ ਸਨ। ਸੋ ਹੁਣ ਕਿਉਂਕਿ ਇੱਕ ਤਾਂ ਈਰਾਨ ਇਸਲਾਮੀ ਮੁਲਕ ਸੀ, ਉਹਦੇ ਨਾਲ ਭਾਰਤ ਦੇ ਸਿਧਾਂਤਕ ਸੰਬੰਧਾਂ ਵਿੱਚ ਕਦੇ ਵੀ ਤਰੇੜਾਂ ਆ ਸਕਦੀਆਂ ਸਨ, ਜੋ ਕਿ ਹੁਣ ਹੌਲੀ ਹੌਲੀ ਆ ਰਹੀਆਂ ਨੇ ਸੀ। ਸੋ ਹੁਣ ਉਸ ਪੋਰਟ 'ਤੇ ਜਿਹੜਾ ਕੰਮ ਚੱਲ ਰਿਹਾ ਸੀ ਉਹ ਬਿਲਕੁਲ ਬੰਦ ਹੋ ਗਿਆ ਹੈ। ਸੋ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਉਸ ਪੋਰਟ ਦੇ ਨੂੰ ਸਫਲਤਾਪੂਰਨ ਢੰਗ ਨਾਲ ਚਲਾਉਣ ਲਈ ਲਾਇਆ ਜਾ ਰਿਹਾ ਸੀ, ਉਹ ਖਤਮ ਹੋ ਰਿਹਾ ਹੈ। ਸੋ ਫੋਰਨ ਪਾਲਿਸੀ ਹੈ ਜਿਹੜੀ, ਉਹ ਆਰਥਿਕ ਨੀਤੀ ਉੱਤੇ ਭਾਰੂ ਪੈ ਰਹੀ ਹੈ। ਸੋ ਕੌਮਾਂਤਰੀ ਤੌਰ 'ਤੇ ਆਪਣਾ ਅਕਸ ਬਚਾਉਣ ਲਈ ਬਹੁਤ ਸਾਰੇ ਅਜਿਹੇ ਫੈਸਲੇ ਲਏ ਜਾ ਰਹੇ ਹਨ, ਜਿਨ੍ਹਾਂ ਦੀ ਬਦੌਲਤ ਦੇਸ਼ ਦੇ ਅੰਦਰੂਨੀ ਹਾਲਾਤ ਦੇ ਅੰਦਰੂਨੀ ਆਰਥਿਕ ਹਾਲਤਾਂ ਕਾਫੀ ਕਮਜ਼ੋਰ ਹੁੰਦੀਆਂ ਜਾ ਰਹੀਆਂ ਹਨ। ਸੋ ਕਿਸੇ ਵੀ ਮੁਲਕ ਦੇ ਸਿਆਸੀ ਤੌਰ 'ਤੇ
ਕੌਮਾਂਤਰੀ ਤਾਕਤ ਬਣਨ ਦੀਆਂ ਜੜ੍ਹਾਂ ਉਹਦੇ ਅੰਦਰੂਨੀ ਤਾਕਤ ਬਣਨ ਵਿੱਚ ਪਈਆਂ ਹੁੰਦੀਆਂ ਹਨ। ਜਦੋਂ ਤੱਕ ਕੋਈ ਮੁਲਕ ਅੰਦਰੂਨੀ ਤੌਰ 'ਤੇ ਕਮਜ਼ੋਰ ਹੈ, ਉਸਦੇ 50-60% ਲੋਕ ਰੋਟੀ ਖਾਣੋਂ ਆਤੁਰ ਹਨ, ਉਹਨਾਂ ਨੂੰ ਕੋਈ ਚੰਗਾ ਰੁਜ਼ਗਾਰ ਨਹੀਂ ਮਿਲ ਰਿਹਾ, ਹਾਲੇ ਵੀ ਲੋਕ ਘਾਹ ਖਾ ਕੇ ਗੁਜ਼ਾਰਾ ਕਰਨ ਵਾਲੀ ਹਾਲਤ ਵਿੱਚ ਹੋਣ, ਸੋ ਉਸ ਵੇਲੇ ਕਿਸੇ ਮੁਲਕ ਦੇ ਜਿਹੜਾ ਅਲੀਟ ਵਰਗ ਹੈ ਉਹਦਾ ਕੌਮਾਂਤਰੀ ਤੌਰ 'ਤੇ ਵੱਡੀ ਤਾਕਤ ਬਣਨ ਦਾ ਸੁਪਨਾ ਅਸੀਂ ਸਮਝਦੇ ਹਾਂ, ਉਹ ਪੂਰਾ ਨਹੀਂ ਹੋ ਸਕਦਾ। ਸੋ ਇਹ ਦੁਬਿਧਾ ਹੈ ਭਾਰਤੀ ਨੀਤੀ ਘਾੜਿਆਂ ਦੀ ਕਿ ਉਹ ਅੰਦਰੂਨੀ ਆਰਥਿਕ ਹਾਲਤ ਨੂੰ ਸੁਧਾਰਨ ਜਾਂ ਕੌਮਾਂਤਰੀ ਤੌਰ 'ਤੇ ਹੀ ਆਪਣੀ ਜਿਹੜਾ ਅਕਸ ਹੈ ਉਹਨੂੰ ਬਚਾ ਕੇ ਰੱਖਣ। ਕੌਮਾਂਤਰੀ ਤੌਰ 'ਤੇ ਸਿਰਫ ਅਕਸ ਬਚ ਰਿਹਾ ਹੈ, ਪਰ ਅੰਦਰੂਨੀ ਤੌਰ 'ਤੇ ਜੋ ਨੁਕਸਾਨ ਹੋ ਰਿਹਾ ਉਹ ਫਿਜ਼ੀਕਲ ਨੁਕਸਾਨ ਹੋ ਰਿਹਾ ਹੈ। ਹੁਣ ਕਿਸੇ ਵੀ ਮੁਲਕ ਵਿੱਚ ਮੇਰਾ ਖਿਆਲ 21ਵੀਂ ਸਦੀ ਵਿੱਚ ਕੋਈ ਕਿਸੇ ਵੀ ਮੁਲਕ ਵਿੱਚ ਇਹ ਉਦਾਹਰਨ ਨਹੀਂ ਮਿਲਦੀ ਕਿ ਤੁਹਾਡੇ ਬੱਚੇ ਜਾਂ ਤੁਹਾਡੀਆਂ ਬੀਬੀਆਂ ਜਾਂ ਤੁਹਾਡੇ ਗਰੀਬ ਲੋਕ ਹਜ਼ਾਰਾਂ ਮੀਲ ਪੈਦਲ ਚੱਲ ਕੇ ਆਪਣੇ ਘਰਾਂ ਨੂੰ ਜਾ ਰਹੇ ਹੋਣ। ਸੋ ਇੱਕ ਲੜਕੀ ਦੀ ਜੋ ਸਿਚੁਏਸ਼ਨ ਆਈ ਹੈ ਵੀ ਸਾਈਕਲ 'ਤੇ ਆਪਣੇ ਪਿਤਾ ਨੂੰ ਹਰਿਆਣੇ ਤੋਂ ਬਿਹਾਰ ਲੈ ਕੇ ਗਈ ਹੈ। ਸੋ 1200 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਹ ਆਪਣੇ ਬਿਮਾਰ ਪਿਤਾ ਨੂੰ ਬਿਹਾਰ ਆਪਣੇ ਘਰ ਲੈ ਕੇ ਗਏ। ਸੋ ਇਸ ਤਰ੍ਹਾਂ ਦਾ ਵੱਡਾ ਪਲਾਇਨ 1947 ਤੋਂ ਬਾਅਦ ਦਾ ਸਾਨੂੰ ਲੱਗਦਾ ਹੈ ਪਹਿਲਾ ਵੱਡਾ ਪਲਾਇਨ ਹੈ। ਸੋ ਇੰਨੀ ਵੱਡੀ ਪੱਧਰ 'ਤੇ ਉਥਲ ਪੁਥਲ ਆਰਥਿਕਤਾ ਵਿੱਚ ਹੋ ਰਹੀ ਹੈ। ਹਾਲੇ ਜਦੋਂ ਲੋਕਡਾਊਨ ਖੁੱਲੂਗਾ ਉਹ ਤੋਂ ਬਾਅਦ ਜਿਸ ਕਿਸਮ ਦੀਆਂ ਸਮੱਸਿਆਵਾਂ ਆਰਥਿਕਤਾ ਨੂੰ, ਇੰਡਸਟਰੀ ਨੂੰ ਅਤੇ ਪੈਦਾਵਾਰ ਦੀ ਸਨਅਤ ਨੂੰ ਆਉਣਗੀਆਂ, ਉਹਦਾ ਅੰਦਾਜ਼ਾ ਲਾਉਣਾ ਸਹੀ ਨਹੀਂ ਹੈ। ਸੋ ਆਰਥਿਕ ਤੌਰ 'ਤੇ ਜਿਨ੍ਹਾਂ ਮਜ਼ਦੂਰਾਂ ਦਾ ਪਲਾਇਨ ਹੋਇਆ, ਜੋ ਉਖੜ ਗਏ ਹਨ ਆਪਣੇ ਕੰਮ ਵਾਲੀਆਂ ਥਾਵਾਂ ਤੋਂ, ਉਹਨਾਂ ਦੀ ਆਰਥਿਕ ਸਹਾਇਤਾ ਲਈ ਕੋਈ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਆ ਰਿਹਾ ਹੈ। ਪਿਛਲੇ ਦਿਨੀ UK ਸਰਕਾਰ ਦੇ ਜੋ ਬਜਟ ਪੇਸ਼ ਹੋਇਆ ਜਾਂ ਜਿਸ ਕਿਸਮ ਦੀਆਂ ਕਰੋਨਾ ਵਾਇਰਸ ਦੇ ਸੰਦਰਭ ਵਿੱਚ ਉਹਨਾਂ ਨੇ ਕਾਰਵਾਈਆਂ ਕੀਤੀਆਂ ਹਨ, ਉਹਨਾਂ ਵਿੱਚ ਸਾਹਮਣੇ ਆਇਆ ਹੈ ਕਿ ਆਮ ਲੋਕਾਂ ਦੀਆਂ ਤਨਖਾਹਾਂ ਦੇਣ ਲਈ ਅਤੇ ਜਿਹੜੇ ਆਪਣੇ ਤੌਰ 'ਤੇ ਰੁਜ਼ਗਾਰ 'ਤੇ ਲੱਗੇ ਹੋਏ ਸਨ, ਉਹਨਾਂ ਨੂੰ ਪੈਸੇ ਦੇਣ ਲਈ ਸਰਕਾਰ ਨੇ 62 ਅਰਬ ਪਾਉਂਡ ਦਾ ਪ੍ਰਬੰਧ ਕੀਤਾ ਹੈ ਅਤੇ ਬਹੁਤ ਸਾਰੇ ਲਗਭਗ 80-85% ਲੋਕਾਂ ਦੇ ਬੈਂਕ ਖਾਤਿਆਂ ਵਿੱਚੋਂ ਪੈਸੇ ਚਲੇ ਗਏ ਨੇ। ਸੋ ਡਾਇਰੈਕਟਲੀ ਜਿਸ ਤਰ੍ਹਾਂ ਵੀ ਹਰੇਕ ਨੂੰ ਉਹਨਾਂ ਨੇ ਇੰਡੀਵਿਜੂਅਲ ਤੌਰ 'ਤੇ ਹਰੇਕ ਕੰਮ ਕਰਨ ਵਾਲੇ ਨੂੰ, ਚਾਹੇ ਇੱਕ ਪਰਿਵਾਰ ਵਿੱਚ 2 ਕੰਮ ਕਰਦੇ ਨੇ, ਦੋਵਾਂ ਨੂੰ ਅਲੱਗ-ਅਲੱਗ ਸਹਾਇਤਾ ਮਿਲੀ ਹੈ ਪਤੀ ਪਤਨੀ ਨੂੰ। ਸੋ ਇਸ ਕਿਸਮ ਦੀ ਫੰਡਿੰਗ ਦਾ ਪ੍ਰਬੰਧ ਭਾਰਤੀ ਆਰਥਿਕਤਾ ਦੇ ਮਾਡਲ ਵਿੱਚ ਹਾਲੇ ਸੰਭਵ ਹੀ ਨਹੀਂ ਹੋ ਸਕਿਆ। ਸੋ ਇਸ ਤਰ੍ਹਾਂ ਇਹ ਹੁੰਦਾ ਹੈ ਕੌਮਾਂਤਰੀ ਤੌਰ 'ਤੇ ਇੱਕ ਤਾਕਤ ਦੇ ਤੌਰ 'ਤੇ ਸਾਹਮਣੇ ਆਉਣਾ। ਸੋ ਕੌਮਾਂਤਰੀ ਤਾਕਤਾਂ ਜਸਟ ਹਵਾ ਵਿੱਚ ਗੱਲਾਂ ਕਰਨ ਨਾਲ ਨਹੀਂ ਬਣਦੀਆਂ, ਉਹਦੇ ਲਈ ਬਹੁਤ ਕੁਝ ਕਰਨਾ ਪੈਂਦਾ ਹੈ, ਬਹੁਤ ਕੰਮ ਕਰਨੇ ਪੈਂਦੇ ਹਨ, ਤਾਂ ਜਾ ਕੇ ਹੀ ਕੌਮਾਂਤਰੀ ਤੌਰ 'ਤੇ ਤੁਹਾਡਾ ਅਕਸ ਹੈ ਜਿਹੜਾ ਉਹ ਸਾਹਮਣੇ ਆ ਸਕਦਾ। ਸੋ ਇਸ ਵੇਲੇ ਲੋੜ ਹੈ ਭਾਰਤ ਨੂੰ ਆਪਣੀ ਜੋ ਅਸੀਂ ਸਮਝਦੇ ਹਾਂ ਵੀ ਫੋਰਨ ਪਾਲਿਸੀ ਵਿੱਚ ਇੰਨਾ ਧਿਆਨ ਨਾ ਦੇ ਕੇ ਭਾਰਤ ਨੂੰ ਆਰਥਿਕ ਨੀਤੀ, ਆਪਣੀ ਅੰਦਰੂਨੀ ਆਰਥਿਕ ਨੀਤੀ 'ਤੇ ਧਿਆਨ ਦੇਣਾ ਚਾਹੀਦਾ ਹੈ। ਚੀਨ ਨੇ ਜੋ ਆਰਥਿਕ ਮਾਡਲ ਅਪਣਾਇਆ ਉਸ ਵਿੱਚ ਵਿਦਵਾਨ ਦੱਸਦੇ ਹਨ ਕਿ 25% ਤੋਂ ਲੈ ਕੇ 30% ਤੱਕ ਗਰੀਬ ਲੋਕਾਂ ਦੀ ਜ਼ਿੰਦਗੀ ਸੁਧਰ ਗਈ ਹੈ। ਸੋ ਜਿਹੜੇ 25-30% ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਸੀ, ਉਹਨਾਂ ਦਾ ਜੀਵਨ ਸਿਰਫ ਸੁਧਰਿਆ ਨਹੀਂ, ਉਹ ਬਹੁਤ ਸਤਿਕਾਰ ਵਾਲੀ ਰੋਟੀ ਖਾਣ ਦੇ ਯੋਗ ਹੋ ਗਏ ਹਨ। ਉਹ ਇਸੇ ਕਰਕੇ ਹੋਏ ਹਨ ਕਿ ਚੀਨ ਨੇ ਦੁਨੀਆ ਭਰ ਦੀ ਮੈਨੂਫੈਕਚਰਿੰਗ ਇੰਡਸਟਰੀ ਨੂੰ ਆਪਣੇ ਮੁਲਕ ਵਿੱਚ ਥਾਂ ਦਿੱਤੀ। ਸੋ ਇੰਨੀ ਮੈਨੂਫੈਕਚਰਿੰਗ ਜਿਸ ਤਰ੍ਹਾਂ ਦਾ ਹੱਬ ਬਣਿਆ ਚੀਨ ਪੂਰੀ ਦੁਨੀਆ ਦੀ ਮੈਨੂਫੈਕਚਰਿੰਗ ਦਾ, ਉਹਨੇ ਆਮ ਗਰੀਬ ਲੋਕਾਂ ਦੀ 25 ਤੋਂ 30% ਗਰੀਬ ਲੋਕਾਂ ਦੀ ਹਾਲਤ ਸੁਧਾਰ ਦਿੱਤੀ ਹੈ। ਸੋ ਇਸ ਵੇਲੇ ਹੁਣ ਚੀਨ ਦਾ ਜਿਹੜਾ ਚਲੋ ਕਰੋਨਾ ਵਾਇਰਸ ਕਰਕੇ ਆਰਥਿਕ ਤੌਰ 'ਤੇ ਕੁਝ ਸੰਕਟ ਆਉਣਗੇ, ਪਰ ਚੀਨ ਦਾ ਜੋ ਹੁਣ ਆਰਥਿਕ ਮਾਡਲ ਸੀ ਉਹ ਇਹ ਸੀ ਵੀ ਬਾਹਰਲੇ ਮੁਲਕਾਂ ਵੱਲ ਦੇਖਣ ਨਾਲੋਂ ਹੁਣ ਘਰੇਲੂ ਮੰਡੀ 'ਤੇ ਹੀ ਫੋਕਸ ਕੀਤਾ ਜਾਵੇ, ਵੀ ਆਪਣੀਆਂ ਜਿੰਨੀਆਂ ਬਣੀਆਂ ਹੋਈਆਂ ਚੀਜ਼ਾਂ ਨੇ ਉਹਨਾਂ ਨੂੰ ਇਸ ਢੰਗ ਨਾਲ ਘਰੇਲੂ ਮੰਡੀ ਵਿੱਚ ਹੀ ਵੇਚਿਆ ਜਾਵੇ ਤਾਂ ਕਿ ਫੋਰਨ ਇਨਵੈਸਟਮੈਂਟ 'ਤੇ ਨਿਰਭਰ ਹੀ ਨਾ ਹੋਣਾ ਪਵੇ। ਸੋ ਭਾਰਤ ਦਾ ਸੰਕਟ ਇਸ ਗੱਲੋਂ ਬਹੁਤ ਡੂੰਘਾ ਹੈ। ਇਹ ਕਰੋਨਾ ਵਾਇਰਸ ਕਾਰਨ ਹੀ 16 ਅਰਬ ਡਾਲਰ ਦੀ ਇਨਵੈਸਟਮੈਂਟ ਹੈ ਜਿਹੜੀ ਭਾਰਤ ਤੋਂ ਬਾਹਰ ਚਲੇ ਗਈ ਹੈ। ਭਾਰਤ ਸਪਸ਼ਟ ਰੂਪ ਵਿੱਚ ਫੋਰਨ ਡਾਇਰੈਕਟ ਇਨਵੈਸਟਮੈਂਟ 'ਤੇ ਹੀ ਨਿਰਭਰ ਕਰ ਰਿਹਾ ਹੈ, ਪਰ ਚਾਈਨਾ ਉਸ ਚੱਕਰ 'ਚੋਂ ਨਿਕਲ ਚੁੱਕਿਆ ਹੈ। ਚਾਈਨਾ ਨੇ ਫੋਰਨ ਡਾਇਰੈਕਟ ਇਨਵੈਸਟਮੈਂਟ ਦੀ ਨਿਰਭਰਤਾ ਲੈ ਕੇ ਆਪਣੇ ਆਪ ਨੂੰ ਹੁਣ ਇੰਨਾ ਮਜ਼ਬੂਤ ਕਰ ਲਿਆ ਹੈ ਕਿ ਉਹ ਆਪਣੀ ਘਰੇਲੂ ਮੰਡੀ ਵਿੱਚ ਹੀ ਆਪਣਾ ਜਿਹੜਾ GDP ਗਰੋਥ ਹੈ ਉਹਨੂੰ ਅੱਗੇ ਲੈ ਕੇ ਜਾ ਸਕਦਾ ਹੈ। ਸੋ ਠੀਕ ਹੈ, ਚਾਈਨਾ ਨਾਲ ਭਾਰਤ ਦੇ ਵਿਰੋਧ ਹੋਣਗੇ, ਪਰ ਉਸਦੇ ਆਰਥਿਕ ਮਾਡਲ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਹੈ। ਖਾਸ ਕਰਕੇ ਮਜ਼ਦੂਰਾਂ ਦੇ ਸੰਕਟ ਨੇ, ਮਜ਼ਦੂਰਾਂ ਦੀ ਪਲਾਇਨ ਨੇ, ਅਤੇ ਜਿੰਨੇ ਦਰਦਨਾਕ ਹਾਲਤ ਵਿੱਚ ਮਜ਼ਦੂਰ ਆਪਣੇ ਘਰਾਂ ਨੂੰ ਜਾ ਰਹੇ ਹਨ, ਉਸਨੇ ਇੱਕ ਤਰ੍ਹਾਂ ਨਾਲ ਇਹ ਚੁਣੌਤੀ ਭਾਰਤੀ ਆਰਥਿਕਤਾ ਦੇ ਸਾਹਮਣੇ ਲੈ ਜਾਂਦੀ ਹੈ ਜੋ ਅਗਲੇ 10-20 ਸਾਲਾਂ ਤੱਕ ਵੀ ਠੀਕ ਨਹੀਂ ਹੋ ਸਕੇਗੀ, ਕਿਉਂਕਿ ਭਾਰਤ ਦੀਆਂ ਜਿਹੜੀਆਂ ਤਰਜੀਹਾਂ ਨੇ, ਜਿਹੜੀਆਂ ਪ੍ਰਾਇਓਰਿਟੀਜ਼ ਨੇ, ਉਹ ਫੋਰਨ ਪਾਲਿਸੀ ਵੱਲ ਵੱਧ ਰਹੀਆਂ ਨੇ, ਘਰੇਲੂ ਆਰਥਿਕ ਨੀਤੀ ਵੱਲ ਘਟ ਰਹੀਆਂ ਨੇ, ਜਿਸ ਦਾ ਖਮਿਆਜ਼ਾ ਹੈ ਭਾਰਤ ਨੂੰ ਹੋਰ ਅਗਲੇ 15-20 ਸਾਲਾਂ ਤੱਕ ਵੀ ਭੁਗਤਣਾ ਪੈ ਸਕਦਾ ਹੈ। ਸੋ ਵਿਦਵਾਨਾਂ ਦੀ, ਆਰਥਿਕ ਮਾਹਰਾਂ ਦੀ ਇਹ ਰਾਏ ਹੈਗੀ ਵੀ ਭਾਰਤ ਨੂੰ ਜਦੋਂ ਤੱਕ ਉਹਨਾਂ ਦਾ ਮੈਨੂਫੈਕਚਰਿੰਗ ਹੱਬ ਹੈ ਜਿਹੜੀ ਉਹ ਗਰੀਬ ਲੋਕਾਂ ਦਾ ਜੀਵਨ ਨਹੀਂ ਸੁਧਾਰਦੀ,
ਉਦੋਂ ਤੱਕ ਭਾਰਤ ਦੀ ਆਰਥਿਕਤਾ ਵਿੱਚ ਕਿਸੇ ਸਿਫਤੀ ਤਬਦੀਲੀ ਹੋਣ ਦੀਆਂ ਸੰਭਾਵਨਾ ਨਹੀਂ ਹਨ। ਚਾਹੇ ਉਹ ਅਮਰਤਿਆ ਸੇਨ ਦਾ ਥੀਸਿਸ ਸੀ, ਚਾਹੇ ਅਭਿਜੀਤ ਬੈਨਰਜੀ ਦਾ, ਜਿਨ੍ਹਾਂ ਨੂੰ ਹੁਣੇ ਨੋਬਲ ਪ੍ਰਾਈਜ਼ ਮਿਲਿਆ ਹੈਗਾ ਆਰਥਿਕਤਾ ਵਿੱਚ, ਉਹਨਾਂ ਦਾ ਵੀ ਇਹੀ ਕਹਿਣਾ। ਉਹਨਾਂ ਦਾ ਪਹਿਲੇ ਦਿਨੋਂ ਹੀ ਸਪਸ਼ਟ ਰੂਪ ਵਿੱਚ ਆਇਆ ਵੀ ਭਾਰਤ ਨੂੰ ਇੱਕਦਮ ਗਰੀਬ ਲੋਕਾਂ ਦੇ ਬੈਂਕ ਅਕਾਊਂਟਾਂ ਵਿੱਚ ਲਗਾਤਾਰ ਸਪਸ਼ਟ ਰੂਪ ਵਿੱਚ ਪੈਸੇ ਪਾਉਣੇ ਚਾਹੀਦੇ ਹਨ ਤਾਂ ਕਿ ਉਹਨਾਂ ਦੀ ਆਰਥਿਕਤਾ ਮਜ਼ਬੂਤ ਹੋ ਸਕੇ। ਸੋ ਇਹਨਾਂ ਦੋਹਾਂ ਵਿਦਵਾਨਾਂ ਦਾ ਜੋ ਆਰਥਿਕ ਮਾਡਲ ਹੈ ਉਹ ਇਹ ਹੈ ਕਿ ਜਿਹੜੀ ਆਰਥਿਕਤਾ ਹੈ ਉਹ ਗਰੀਬਾਂ ਦਾ ਜੀਵਨ ਸੁਧਾਰਨ ਵੱਲ ਹੋਣੀ ਚਾਹੀਦੀ ਹੈ। ਸੋ ਭਾਰਤ ਇਸ ਗੱਲੋਂ ਇੱਕ ਤਰ੍ਹਾਂ ਨਾਲ ਟੱਪਲਾ ਖਾ ਰਿਹਾ ਹੈ ਜਾਂ ਆਫ ਦੀ ਟਰੈਕ ਹੋ ਰਿਹਾ ਹੈ ਆਪਣੇ ਆਰਥਿਕ ਮਾਡਲ ਤੋਂ, ਜਿਸ ਨੂੰ ਸੁਧਾਰਿਆ ਜਾਣਾ ਚਾਹੀਦਾ ਹੈ। ਵਰਨਾ ਆਰਥਿਕ ਤੌਰ 'ਤੇ ਜਿਸ ਕਿਸਮ ਦਾ ਸੰਕਟ ਭਾਰਤ ਦੇ ਸਾਹਮਣੇ ਆਉਣ ਜਾ ਰਿਹਾ ਹੈ ਉਸ ਨੂੰ ਬਹੁਤ ਵੱਡੇ ਵਿਦਵਾਨਾਂ ਅਤੇ ਬਹੁਤ ਵੱਡੇ ਬੁੱਧੀਜੀਵੀਆਂ ਦੀ ਸਹਾਇਤਾ ਤੋਂ ਬਿਨਾਂ ਸਰ ਨਹੀਂ ਕੀਤਾ ਜਾ ਸਕੇਗਾ।